ਕਿਸਾਨੀ ਸੰਘਰਸ਼ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ। 16 ਦਿਨ ਦਿੱਲੀ ਕੂਚ ਕਿਤੇ ਨੂੰ ਹੋ ਚੁੱਕੇ ਆ। ਕੱਲ ਨੂੰ 12 ਦਸੰਬਰ ਨੂੰ ਇੱਕ ਵਾਰੀ ਫੇਰ ਜਿਹੜਾ ਮੋਰਚਾ ਤਿੱਖਾ ਹੁੰਦਾ ਦਿਖਾਈ ਦੇ ਰਿਹਾ। ਕੱਲ ਆਗਰਾ ਹਾਈਵੇ, ਜੈਪੁਰ ਹਾਈਵੇ ਵੀ ਬੰਦ ਕੀਤੇ ਜਾ ਰਹੇ ਨੇ। ਟੋਲ ਪਲਾਜ਼ੇ ਬੰਦ ਦੀ ਵੀ ਗੱਲ ਕੀਤੀ ਗਈ ਹੈ। ਸਾਡੇ ਨਾਲ ਐਮਐਲਏ ਖਰੜ ਪਹੁੰਚੇ ਹੋਏ ਨੇ, ਗੱਲਬਾਤ ਕਰਾਂਗੇ। ਸਰਦਾਰ ਸਾਹਿਬ, ਕਿੱਦਾਂ ਦੇਖਦੇ ਹੋ 24 ਸਤੰਬਰ ਰੇਲ ਰੋਕੋ ਤੋਂ ਸੱਦੇ ਤੋਂ ਸ਼ੁਰੂ ਹੋਇਆ, ਲਗਾਤਾਰ ਚੱਕੇ ਜਾਮ ਕੀਤੇ ਗਏ, ਸਿਆਸੀਆਂ ਪਾਰਟੀਆਂ ਵੀ ਆਈਆਂ ਅੱਗੇ, ਉਸ ਤੋਂ ਬਾਅਦ ਭਾਰਤ ਬੰਦ ਦੀ ਕਾਲ ਦਿੱਤੀ ਗਈ, ਦਿੱਲੀ ਕੂਚ ਦੀ ਕਾਲ ਕੀਤੀ ਗਈ। ਉਸ ਤੋਂ ਬਾਅਦ ਜਦੋਂ ਮੀਟਿੰਗਾਂ ਹੁੰਦੀਆਂ ਨੇ, ਮੀਟਿੰਗਾਂ ਦੇ ਵਿੱਚ ਇੱਕ ਹੀ ਗੱਲ ਕੀਤੀ ਜਾਂਦੀ ਹੈ ਕਿ ਸ਼ੋਧ। ਲਗਾਤਾਰ ਕਹਿੰਦੇ ਨੇ ਕਿਸਾਨ ਐਮਐਸਪੀ ਤੋਂ ਲੜਾਈ ਸ਼ੁਰੂ ਹੋਈ ਸੀਗੀ, ਹੁਣ ਜਿਹੜੇ ਬਿੱਲ ਰੱਦ ਕਰਾਉਣ ਤੱਕ ਪਹੁੰਚ ਚੁੱਕੇ। ਕਿਸ ਤਰ੍ਹਾਂ ਦੇਖਦੇ ਹੋ ਸਭ ਚੀਜ਼ ਨੂੰ? ਦੇਖੋ, ਇਸ ਜਿਹੜੀ ਮੁਹਿੰਮ ਆ ਜਾਂ ਜਿਹੜਾ ਸੰਘਰਸ਼ ਆ, ਇਹਦੇ ਬਹੁਤ ਸਾਰੇ ਪਹਿਲੂ ਆ। ਇਹ ਸਿਰਫ ਕਿਸਾਨਾਂ ਨੇ ਇਹਦੀ ਪਹਿਲ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਇਸ ਲੜਾਈ ਦੇ ਵਿੱਚ ਇਹਦੇ ਹੋਰ ਵੀ ਬਹੁਤ ਸਾਰੇ ਪਹਿਲੂ ਆ। ਇਹਦੇ 'ਚ ਨੌਜਵਾਨ ਵੀ ਸ਼ਾਮਲ ਹੋਏ, ਔਰ ਸਿਰਫ ਨੌਜਵਾਨ ਹੀ ਸ਼ਾਮਲ ਨਹੀਂ ਹੋਏ। ਤੁਸੀਂ ਹੁਣ ਵੇਖਿਆ ਵਾ ਵੀ ਕਿਵੇਂ ਔਰਤਾਂ, ਬੱਚੇ, ਬਜ਼ੁਰਗ ਸਾਰੇ ਇਹਦੇ 'ਚ ਇਸ ਵੇਲੇ ਸ਼ਾਮਲ ਹੋ ਗਏ। ਸੋ ਇੱਕ ਨੈਸ਼ਨਲ ਮੂਵਮੈਂਟ ਜੀ ਹੌਲੀ ਹੌਲੀ ਬਣਦੀ ਜਾ ਰਹੀ ਹੈ, ਔਰ ਇਹ ਸੁਭਾਵਿਕ ਹੈ। ਨੈਸ਼ਨਲ ਮੂਵਮੈਂਟ ਕਿਉਂ ਬਣਦੀ ਜਾ ਰਹੀ ਹੈ? ਕਿਉਂਕਿ ਹੁਣ ਹੌਲੀ ਹੌਲੀ ਇਹਦੇ ਹੋਰ ਕਈ ਪਹਿਲੂ ਜਿਹੜੇ ਉਹ ਵੀ ਸਾਹਮਣੇ ਆ ਰਹੇ ਆ। ਜੋ ਮੋਦੀ ਸਰਕਾਰ ਨੇ ਕੀਤਾ ਵਾ ਉਹ ਗੈਰ ਸੰਵਿਧਾਨਿਕ ਸੀ, ਔਰ ਗੈਰ ਸੰਵਿਧਾਨਿਕ ਜਦੋਂ ਸਰਕਾਰ ਬੋਲਦੀ ਆ, ਉਹ ਗੈਰ ਸੰਵਿਧਾਨਿਕ ਜਿਹੜੀ ਗੱਲ ਆ ਉਹ ਸਾਹਮਣੇ ਆ ਜਾਂਦੀ ਆ। ਔਰ ਇਸੇ ਕਰਕੇ ਜਿਹੜੇ ਕਿਸਾਨ ਮੰਗ ਕਰ ਰਹੇ ਆ, ਬਿਲਕੁਲ ਜਾਇਜ਼ ਮੰਗ ਆ ਕਿ ਇਹ ਬਿੱਲ ਵਾਪਸ ਹੋਣੇ ਚਾਹੀਦੇ ਆ। ਬਿੱਲ ਵਾਪਸ ਇਸ ਕਰਕੇ ਹੋਣੇ ਚਾਹੀਦੇ ਕਿਉਂਕਿ ਇਹ ਗੈਰ ਸੰਵਿਧਾਨਿਕ ਬਿੱਲ ਆ। ਜਦੋਂ ਅਸੀਂ ਸੰਵਿਧਾਨ ਨੂੰ ਵੇਖਦੇ ਆ ਜਾਂ ਸਰਕਾਰ ਸੰਵਿਧਾਨ ਨੂੰ ਵੇਖਦੀ ਆ, ਉਹ ਸਿਰਫ ਪਹਿਲਾ ਪੇਜ ਵੇਖਦੀ ਆ, ਕਨਸਟੀਟਿਊਸ਼ਨ ਆਫ ਇੰਡੀਆ, ਉਹ ਅੰਦਰ ਨਹੀਂ ਵੇਖਦੀ। ਇਹਦੇ ਵਿੱਚ ਆਰਟੀਕਲਸ ਆ, ਇਹਦੇ ਕਈ ਹਿੱਸੇ ਆ, ਇਹਦੇ 12 ਸ਼ਡਿਊਲ ਆ। 12 ਸ਼ਡਿਊਲ ਦੇ ਵਿੱਚ ਇੱਕ 7ਵਾਂ ਸ਼ਡਿਊਲ ਵੀ ਹੈ। ਇੱਕ ਫੰਡਾਮੈਂਟਲ ਰਾਈਟਸ ਇਹਦਾ ਹਿੱਸਾ ਵਾ। ਫੰਡਾਮੈਂਟਲ ਰਾਈਟਸ ਦਾ ਮਤਲਬ ਹੈ ਵੀ ਤੁਸੀਂ ਆਪਣੇ ਹੱਕਾਂ ਲਈ ਲੜਾਈ ਲੜ ਸਕਦੇ ਜੇ, ਤੁਹਾਡੇ ਹੱਕ ਆ ਕੁਝ, ਔਰ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ। 7th ਸ਼ਡਿਊਲ ਦੀ ਮੈਂ ਇਸ ਕਰਕੇ ਗੱਲ ਕੀਤੀ ਆ ਵੀ ਉਹਦੇ 'ਚ 3 ਲਿਸਟਾਂ ਵਾ, ਸੈਂਟਰਲ ਲਿਸਟ, ਕਨਕਰੈਂਟ ਲਿਸਟ ਤੇ ਸਟੇਟ ਲਿਸਟ। ਖੇਤੀਬਾੜੀ ਜਿਹੜੀ ਆ ਇਹ ਸਟੇਟ ਲਿਸਟ ਦੇ ਵਿੱਚ ਆ। ਕੇਂਦਰ ਇਹਦੇ ਤੇ ਕਾਨੂੰਨ ਬਣਾ ਹੀ ਨਹੀਂ ਸਕਦਾ। ਹੁਣ ਕੇਂਦਰ ਨੇ ਕਿਹਾ ਜੀ ਅਸੀਂ, ਕਿਉਂਕਿ ਟ੍ਰੇਡ ਤੇ ਕਾਮਰਸ ਇਹਦਾ ਹਿੱਸਾ ਵਾ, ਔਰ ਟ੍ਰੇਡ ਔਰ ਕਾਮਰਸ ਕਨਕਰੈਂਟ ਲਿਸਟ ਆ, ਇਸ ਕਰਕੇ ਅਸੀਂ ਕਾਨੂੰਨ ਬਣਾਤਾ। ਕਨਕਰੈਂਟ ਲਿਸਟ ਦਾ ਮਤਲਬ ਇਹ ਆ ਵੀ ਸੈਂਟਰ ਵੀ ਕਾਨੂੰਨ ਬਣਾ ਸਕਦੀ ਹੈ ਤੇ ਸਟੇਟਾਂ ਵੀ ਬਣਾ ਸਕਦੀਆਂ। ਜੇ ਸੈਂਟਰ ਕਾਨੂੰਨ ਬਣਾਉਂਦੀ ਆ ਤੇ ਜੇ ਕਨਕਰੈਂਟ ਲਿਸਟ ਦੇ ਵਿੱਚ ਕੋਈ ਚੀਜ਼ ਆ ਤੇ ਉਹ ਸਟੇਟਾਂ ਨੂੰ ਪੁੱਛੋਗੇ ਸਹੀ ਨਾ ਤੁਸੀਂ। ਸੋ ਇਸ ਕੇਸ ਦੇ ਵਿੱਚ ਨਾ ਸਟੇਟਾਂ ਨੂੰ ਪੁੱਛਿਆ ਗਿਆ, ਨਾ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਜਿਹੜਾ ਵਰਗ ਹੈ, ਉਹਨਾਂ ਨੂੰ ਪੁੱਛਿਆ ਗਿਆ। ਸੋ ਇਸੇ ਕਰਕੇ ਹੀ ਉਹ ਵਰਗ ਹੁਣ ਕਹਿ ਰਿਹਾ ਜੀ ਇਹ ਕਾਨੂੰਨ ਵਾਪਸ ਲਾਓ। ਜੇ ਤੁਸੀਂ ਕਾਨੂੰਨ ਬਣਾਉਣੇ ਆ ਤੇ ਸਾਡੇ ਸਲਾਹ ਮਸ਼ਵਰਾ ਕਰਕੇ ਸਾਡੇ ਨਾਲ ਬਣਾਓ। ਜਦੋਂ ਕਾਨੂੰਨ ਪਾਸ ਹੋਣ ਦੀ ਗੱਲ ਹੋ ਰਹੀ ਸੀਗੀ, ਸਾਰੇ ਸਿਆਸੀ ਪਾਰਟੀਆਂ, ਮੈਂ ਕਹਿ ਰਿਹਾ ਜੀ ਮੇਨ ਆਗੂ ਸੀਗੇ, ਉਹ ਵੀ ਉੱਥੇ ਮੌਜੂਦ ਸੀਗੇ। ਤੇ ਕਿਤੇ ਨਾ ਕਿਤੇ ਜਦੋਂ ਇਹਦੀ ਗੱਲ ਹੋ ਰਹੀ ਸੀਗੀ, ਉਸ ਤੋਂ ਪਹਿਲਾਂ 2.5 ਮਹੀਨੇ ਬਾਅਦ ਜਦੋਂ ਇੱਕ ਵਾਰੀ ਕਰਤਾ, ਜੋ ਪਹਿਲੇ ਜਿਹੜੇ ਸਿਆਸੀ ਆਗੂ ਬੈਠੇ ਸੀਗੇ ਵਿੱਚ, ਤੇ ਉਹਨਾਂ ਨੇ ਪੰਜਾਬ ਆ ਕੇ ਕਿਉਂ ਨਹੀਂ ਗਿਆ? ਦੇਖੋ, ਵੱਡੇ ਬਾਦਲ ਸਾਹਿਬ ਵੀ ਬੋਲ ਰਹੇ ਸੀਗੇ ਉਸ ਟਾਈਮ ਕਿ ਕਾਨੂੰਨ ਵਧੀਆ। ਉਸ ਤੋਂ ਬਾਅਦ ਜਦੋਂ ਪਾਸ ਹੋ ਜਾਂਦਾ, ਸਭ ਕੁਝ ਹੋ ਜਾਂਦਾ, ਉਸ ਤੋਂ ਬਾਅਦ ਕਹਿੰਦੇ ਨੇ ਕਿ ਗੱਠ ਜੋੜ ਟੁੱਟ ਜਾਂਦਾ ਹੈ, ਸਾਰੀ ਚੀਜ਼ਾਂ ਹੋ ਜਾਂਦੀਆਂ ਨੇ। ਪਹਿਲੇ ਕਿੱਥੇ ਸੀਗੇ? ਪਹਿਲੇ ਜਦੋਂ ਸ਼ੁਰੂਆਤ ਹੋਈ, ਸ਼ੁਰੂਆਤ ਦੇ ਵਿੱਚ ਕਿਸਾਨ ਆਗੂ ਸੀਗੇ, ਉਹਨਾਂ ਨੂੰ ਬਿਠਾਉਣਾ ਚਾਹੀਦਾ ਸੀਗਾ, ਹੈ ਨਾ। ਉਸ ਤੋਂ ਬਾਅਦ ਜਦੋਂ ਗੱਲ ਸੀਗੀ, ਉਸ ਟਾਈਮ ਹੀ ਮੁੱਕ ਜਾਂਦੀ ਚਾਹੀਦੀ ਹੈ ਕਿ ਨਹੀਂ ਚਾਹੀਦੇ? ਉਸ ਤੋਂ ਬਾਅਦ ਇੰਨਾ ਲੰਬਾ ਕਿਉਂ ਖਿੱਚਿਆ ਗਿਆ? ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਅਫਸੋਸ ਦੀ ਗੱਲ ਹੈ ਵੀ ਜਿਹੜੇ ਸਿਆਸੀ ਆਗੂਆਂ ਦੀ ਤੁਸੀਂ ਗੱਲ ਕਰ ਰਹੇ ਜੇ, ਉਹ ਸਿਆਸੀ ਆਗੂਆਂ ਨੂੰ ਆਪ ਹੀ ਨਹੀਂ ਸੀ ਪਤਾ ਵੀ ਅਸੀਂ ਕੀ ਕਹਿ ਰਹੇ ਹਾਂ। ਮੇਰੇ ਹਿਸਾਬ ਦੇ ਨਾਲ ਇਹ ਬਿੱਲ ਰੱਦ ਹੋਣੇ ਚਾਹੀਦੇ ਆ। ਉਹ ਇਸ ਕਰਕੇ ਕਿਉਂਕਿ ਬਿੱਲ, ਮੈਂ ਜਿਵੇਂ ਪਹਿਲਾਂ ਕਿਹਾ, ਇਹ ਗੈਰ ਸੰਵਿਧਾਨਿਕ ਹੈ। ਐਗਰੀਕਲਚਰ ਜਿਹੜਾ ਵਾ, ਖੇਤੀਬਾੜੀ, ਇੱਕ ਸਟੇਟ ਲਿਸਟ ਦਾ ਹਿੱਸਾ ਵਾ। ਜੇ ਤੁਸੀਂ ਸਟੇਟਾਂ ਨੂੰ ਪੁੱਛਿਆ ਨਹੀਂ, ਜਦੋਂ ਤੁਸੀਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਤੇ ਫਿਰ ਇਹ ਗੈਰ ਸੰਵਿਧਾਨਿਕ ਹੀ ਹੋ ਗਿਆ ਨਾ। ਸੋ ਇਸੇ ਕਰਕੇ ਕਿਸਾਨ ਮੰਗ ਕਰ ਰਿਹਾ ਵੀ ਇਹ ਬਿੱਲਾਂ ਨੂੰ ਵਾਪਸ ਲਾਓ ਔਰ ਨਵੇਂ ਬਿੱਲ ਸਾਡੇ ਨਾਲ ਸਲਾਹ ਮਸ਼ਵਰਾ ਕਰਕੇ ਲਿਆਓ। ਕੁਝ ਲੋਕ ਕਹਿ ਰਹੇ ਨੇ, ਪਿੱਛੇ ਤੁਸੀਂ ਸ਼ਾਇਦ ਜਾਣਦੇ ਵੀ ਹੋਵੋਗੇ, ਦੀਪ ਸਿੱਧੂ ਸ਼ੰਭੂ ਮੋਰਚੇ ਸੀਗੇ, ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਗੱਲ ਉਹ ਕਹਿ ਰਹੇ ਕਿ ਜਦੋਂ ਐਮਐਸਪੀ ਦੀ ਲੜਾਈ ਸੀਗੀ ਕਿ ਐਮਐਸਪੀ ਕਾਗਜ਼ਾਤ ਚਾਹੀਦੀ ਹੈ, ਉਸ ਤੋਂ ਬਾਅਦ ਇੱਥੇ ਆ ਗਏ ਬਿਜਲੀ ਕਾਨੂੰਨ, ਪਰਾਲੀ ਕਾਨੂੰਨ ਦੇ ਵਿੱਚ ਗੱਲਬਾਤ ਸਾਰੀ ਕੀਤੀ ਗਈ ਹੈ। ਤੇ ਕਿਤੇ ਨਾ ਕਿਤੇ ਜਦੋਂ ਐਮਐਸਪੀ ਦੀ ਗੱਲ ਸੀ ਕਿ ਸ਼ੋਧ ਕਰਕੇ ਐਕਸਪਰਟ ਬਿਠਾ ਕੇ ਸ਼ੋਧ ਕਰ ਲੈਣਾ ਚਾਹੀਦਾ। ਇੰਨੇ ਕਿਸਾਨ ਆਏ ਹੋਏ ਨੇ, ਵੀ ਕਹਿ ਰਹੇ ਨੇ ਕਿ ਬਿੱਲ ਰੱਦ ਕਰਾ ਕੇ ਮੁੜਾਂਗੇ, ਲਗਾਤਾਰ ਬਜ਼ੁਰਗ ਵੀ ਬਿਮਾਰ ਹੋ ਰਹੇ ਨੇ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹਨਾਂ ਨੂੰ ਸ਼ੋਧ ਕਰ ਲੈਣਾ ਚਾਹੀਦਾ। ਤੁਹਾਡਾ ਕੀ ਕਹਿਣਾ ਇਸ ਤੇ? ਦੇਖੋ, ਜਿਹੜੇ ਸਰਕਾਰ ਨੇ ਜਿਹੜਾ ਪ੍ਰਸਤਾਵ ਦਿੱਤਾ ਵਾ,
ਉਹ ਅੱਧਾ ਪਚਾਦਾ ਪ੍ਰਸਤਾਵ ਆ। ਉਹਨਾਂ ਨੇ ਕਿਹਾ ਜੀ ਅਸੀਂ MSP ਦੇ ਉੱਤੇ ਅਸੀਂ ਭਰੋਸਾ ਦੇਣ ਨੂੰ ਤਿਆਰ ਹਾਂ। MSP ਤੇ 23 ਫਸਲਾਂ ਤੇ ਮਿਲਦੀ ਆ, ਅਨਾਉਂਸ ਹੁੰਦੀ ਆ। ਕੀ ਤੁਸੀਂ 23 ਫਸਲਾਂ ਦੇ ਉੱਤੇ MSP ਦੇ ਉੱਤੇ ਭਰੋਸਾ ਦੇਣ ਨੂੰ ਤਿਆਰ ਜੇ? ਸਰਕਾਰ ਇਹ ਸਪਸ਼ਟ ਕਰੇ। ਕੀ ਤੁਸੀਂ ਸਿਰਫ 2 ਫਸਲਾਂ ਦੇ ਉੱਤੇ ਭਰੋਸਾ ਦੇਣਾ ਚਾਹੁੰਦੇ ਜੇ? ਸੋ ਕਹਿਣ ਦਾ ਮਤਲਬ ਆ ਵੀ ਪ੍ਰਸਤਾਵ ਅੱਧੇ ਪਚਾਦੇ ਪ੍ਰਸਤਾਵ ਲਿਆਂਦੇ ਗਏ ਆ, ਪੂਰੀ ਸਪਸ਼ਟ ਗੱਲ ਨਹੀਂ ਹੁੰਦੀ। ਫਿਰ ਤੁਸੀਂ ਕਹਿੰਦੇ ਜੇ ਕਿ ਜਿਹੜੀ ਪ੍ਰਦੂਸ਼ਣ ਦੇ ਉੱਤੇ, 에ਅਰ ਕੁਆਲਿਟੀ ਦੇ ਉੱਤੇ ਜਿਹੜਾ ਅਸੀਂ ਬਿੱਲ ਲਿਆਂਦਾ ਵਾ ਉਹਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਗੱਲਬਾਤ ਕਰਕੇ ਤੁਸੀਂ ਕੀ ਕਰਨ ਨੂੰ ਤਿਆਰ ਜੇ? ਕਿਉਂਕਿ ਉਹ ਜਿਹੜਾ 에ਅਰ ਕੁਆਲਿਟੀ ਦੇ ਉੱਤੇ ਜਿਹੜਾ ਬਿੱਲ ਲਿਆਂਦਾ ਵਾ ਉਹਦੇ ਵਿੱਚ ਤੁਸੀਂ ਸ਼ਾਇਦ 3 ਸਾਲ ਦੀ ਸਜ਼ਾ, 1 ਕਰੋੜ ਦਾ ਜੁਰਮਾਨਾ। ਸੋ ਕੀ ਇਹਨੂੰ ਤੁਸੀਂ ਰੱਦ ਕਰਕੇ ਕੀ ਤੁਸੀਂ ਕਿਸਾਨਾਂ ਨੂੰ ਵੀ ਉਹ ਪੋਲੂਸ਼ਨ ਨਾ ਫੈਲਾਉਣ, ਪਰਾਲੀ ਨੂੰ ਅੱਗ ਨਾ ਲਾਉਣ, ਕੀ ਉਹਨਾਂ ਨੂੰ ਤੁਸੀਂ ਮੁਆਵਜ਼ਾ ਦੇਣ ਨੂੰ ਤਿਆਰ ਜੇ? ਸੋ ਕਹਿਣ ਦਾ ਭਾਵ ਇਹ ਆ ਵੀ ਇਹ ਤੁਸੀਂ ਅੱਧੀ ਪਚੱਧੀ ਜੀ ਗੱਲ ਲੈ ਕੇ ਆਉਂਦੇ ਜੇ ਪ੍ਰਸਤਾਵਾਂ ਦੇ ਵਿੱਚ। ਪ੍ਰਸਤਾਵ ਜੇ ਲਿਆਉਣੇ ਆ ਤੇ ਸਪਸ਼ਟ ਪ੍ਰਸਤਾਵ ਲਿਆਓ। ਔਰ ਇਹ ਬਿੱਲ ਕਿਉਂਕਿ ਇਹ ਗੈਰ ਸੰਵਿਧਾਨਿਕ ਆ, ਇਹ ਬਿੱਲ ਇਸ ਕਰਕੇ ਵਾਪਸ ਹੋਣੇ ਚਾਹੀਦੇ। ਤੇ ਕੱਲ ਨੂੰ ਕਿੱਦਾਂ ਦੇਖਦੇ ਹੋ? ਹੁਣ ਜਿਹੜੀ ਆ ਗੱਲ ਜਿਹੜੀ ਹੋ ਰਹੀ ਸੀਗੀ ਕਿਸਾਨਾਂ ਦੀ ਕੇਂਦਰ ਨਾਲ, ਹੁਣ ਗੱਲ ਵੀ ਜਿਹੜੀ ਆ ਟੁੱਟ ਚੁੱਕੀ ਹੈ। ਕੱਲ ਨੂੰ ਭਾਰਤ ਜੇ ਬੰਦ ਇਹ ਟੋਲ ਨੇ ਉਹ ਬੰਦ ਕੀਤੇ ਜਾ ਰਹੇ ਨੇ, ਹਾਈਵੇ ਬੰਦ ਕੀਤੇ ਜਾ ਰਹੇ ਨੇ। ਕਿਸ ਤਰ੍ਹਾਂ ਦੇਖਦੇ ਹੋ ਸੰਘਰਸ਼ ਕਿ ਤਿੱਖਾ ਹੁੰਦਾ ਲਗਾਤਾਰ ਦਿਖਾਈ ਦੇ ਰਿਹਾ? ਦਿੱਲੀ ਦੇ ਵਿੱਚ ਫੋਰਸ ਵਧਾਈ ਜਾ ਰਹੀ ਹੈ ਲਗਾਤਾਰ। ਕੀ ਲੱਗਦਾ ਕਿ ਕੀ ਹੋਣ ਵਾਲਾ ਹੈ? ਕੀ ਕਰ ਰਹੇ ਆ? ਠੀਕ ਕਰ ਰਹੇ? ਕਿਸਾਨ ਸਹੀ ਕਰ ਰਹੇ ਆ ਜਾਂ ਕੇਂਦਰ ਦੀ ਗਲਤੀ ਹੈ? ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਕਿਸਾਨਾਂ ਦਾ ਤਾਂ ਇਹਦੇ 'ਚ ਕਿ ਕਿਸਾਨ ਸਹੀ ਕਰ ਰਹੇ ਜਾਂ ਨਹੀਂ ਕਰ ਰਹੇ ਉਹਦਾ ਤਾਂ ਮਤਲਬ ਹੀ ਨਹੀਂ ਨਾ ਕੋਈ। ਇਹ ਕਦਮ ਕਿਹਨੇ ਚੁੱਕਿਆ? ਕਿ ਕਿਸਾਨਾਂ ਨੇ ਕਿਹਾ ਸੀ ਵੀ ਸਾਨੂੰ ਸਾਡੇ ਵਾਸਤੇ ਇਹੋ ਜਿਹੇ ਬਿੱਲ ਲੈ ਕੇ ਆਓ ਜਿਹੜੇ ਬਿੱਲ ਲਿਆਂਦੇ ਆ? ਉਹਨਾਂ ਦੇ ਮੰਗ ਹੀ ਨਹੀਂ ਸੀ ਕੀਤੀ। ਜਿਹੜੀ ਉਹ ਮੰਗ ਕਰ ਰਹੇ ਸੀ ਉਹਦੇ ਵੱਖਰੀ ਤਰੀਕੇ ਦੀ ਮੰਗ ਹੈ ਨਾ ਉਹ। ਸੋ ਇਹ ਕਿ ਕਿਸਾਨਾਂ ਦੇ ਵਿੱਚ ਕੋਈ ਕਸੂਰ ਨਹੀਂ। ਇੱਕ ਪਹਿਲ ਕਦਮੀ ਸਰਕਾਰ ਨੇ ਕੀਤੀ ਹੈ, ਸਰਕਾਰ ਨੂੰ ਹੀ ਅਗਲਾ ਕਦਮ ਚੁੱਕਣਾ ਪਊਗਾ। ਕਿਸਾਨਾਂ ਵਾਸਤੇ ਤੇ ਇਸ ਵੇਲੇ ਉਹਨਾਂ ਦੀ ਤੇ ਬਰਬਾਦੀ ਦੇ ਕਗਾਰ ਦੇ ਉੱਤੇ ਆ। ਉਹਨਾਂ ਵਾਸਤੇ ਡੂ ਔਰ ਡਾਈ ਬੈਟਲ ਹੈ, ਸਮਝਣ ਦੀ ਕੋਸ਼ਿਸ਼ ਕਰੋ। ਸੋ ਇਸ ਕਰਕੇ ਉਹ ਆਪਣੀਆਂ ਗੱਲਾਂ ਦੇ ਉੱਤੇ ਅੜੇ ਆ ਔਰ ਉਹ ਮੰਗ ਕਰ ਰਹੇ ਆ ਵੀ ਇਹ ਜਿਹੜੇ ਗੈਰ ਸੰਵਿਧਾਨਿਕ ਬਿੱਲ ਇਹਨਾਂ ਨੂੰ ਵਾਪਸ ਲਾਓ। ਔਰ ਜੇ ਸਾਨੂੰ ਕੋਈ ਪ੍ਰਸਤਾਵ ਦੇਣੇ ਆ ਤੇ ਪ੍ਰਸਤਾਵ ਉਹ ਲੈ ਕੇ ਆਓ ਜਿਹੜੇ ਵਾਕਈ ਸਾਨੂੰ ਸੰਤੁਸ਼ਟ ਕਰਦੇ ਆ, ਸਾਡੇ ਲੋਕਾਂ ਨੂੰ ਵਾਕਈ ਇੱਕ ਸੰਤੁਸ਼ਟੀ ਦੇ ਰਾਹ ਦੇ ਉੱਤੇ ਪਾਉਂਦੇ ਆ। ਨਹੀਂ, ਅਗਰ ਮੈਂ ਗੱਲ ਕਰਾਂ ਐਜ਼ ਅ ਜਰਨਲਿਸਟ, ਮੀਡੀਆ ਦਾ ਕੀ ਰੋਲ ਦੇਖਦੇ ਤੁਸੀਂ? ਕਿਉਂਕਿ ਮੀਡੀਆ ਲਗਾਤਾਰ ਚੰਡੀਗੜ੍ਹੋਂ ਸਟਾਰਟ ਹੋਈ ਸੀਗੀ, ਸ਼ੰਭੂ ਤੋਂ। ਐਜ਼ ਅ ਜਰਨਲਿਸਟ ਕਿੱਦਾਂ ਦੇਖਦੇ ਹੋ ਤੁਸੀਂ ਕਿਸਾਨੀ ਸੰਘਰਸ਼ ਨੂੰ? ਦੇਖੋ, ਐਜ਼ ਅ ਜਰਨਲਿਸਟ ਹਰ ਪੱਤਰਕਾਰ ਦੀ ਇੱਕ ਡਿਊਟੀ ਬਣਦੀ ਹੈ। ਮੈਂ 40-42 ਸਾਲ ਜਰਨਲਿਸਟ ਰਿਹਾ ਵਾਂ ਵੀ ਤੁਸੀਂ ਉਹਦੀ ਘੋਖ ਕਰੋ, ਗੱਲ ਦੀ ਜੜ ਦੇ ਵਿੱਚ ਜਾਓ। ਸੋ ਜਰਨਲਿਸਟ ਨੂੰ ਇਹ ਕਰਨਾ ਚਾਹੀਦਾ ਵਾ, ਉਹਨਾਂ ਨੂੰ ਘੋਖ ਕਰਨੀ ਚਾਹੀਦੀ ਹੈ ਵੀ ਇਹ ਗੱਲ ਤੁਰੀ ਕਿੱਥੋਂ, ਜੇ ਬਿੱਲ ਲਿਆਉਣੇ ਚਾਹੀਦੇ ਤੇ ਕਿਸ ਤਰ੍ਹਾਂ ਦੇ ਬਿੱਲ ਲਿਆਉਣੇ ਚਾਹੀਦੇ ਆ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਇੱਕ ਸੈਕਸ਼ਨ ਆਫ ਦ ਮੀਡੀਆ ਦਾ ਤੇ ਬਹੁਤ ਵਧੀਆ ਰੋਲ ਆ ਔਰ ਦੂਜੇ ਸੈਕਸ਼ਨ ਦਾ ਰੋਲ ਜਿਹੜਾ ਵਾ ਉਹ ਬਿਲਕੁਲ ਬਹੁਤ ਮੰਦਭਾਗਾ ਵਾ। ਉਹ ਸਰਕਾਰ ਦੀ ਗੱਲ ਕਰਦਾ ਵਾ ਔਰ ਉਹਨੇ ਉਸ ਜਿਹੜਾ ਵਰਗ ਆ ਮੀਡੀਆ ਦਾ, ਉਹਨੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਹਰ ਤਰੀਕੇ ਦਾ ਨਾਂ ਦੇਣ ਦੀ ਕੋਸ਼ਿਸ਼ ਕੀਤੀ। ਵੱਖਵਾਦੀ ਕਿਹਾ ਉਹਨਾਂ ਨੇ, ਅੱਤਵਾਦੀ ਕਿਹਾ ਉਹਨਾਂ ਨੇ। ਤੁਹਾਨੂੰ ਕੀ ਲੱਗਦਾ ਵਾ ਵੀ ਆ ਜਿਹੜੇ ਲੋਕੀ ਤੁਰੇ ਫਿਰਦੇ ਆ ਕੋਈ ਵੱਖਵਾਦੀ ਆ ਜਾਂ ਅੱਤਵਾਦੀ ਆ? ਜੇ ਵਾਕਈ ਇੰਨੀ ਵੱਡੀ ਤਾਦਾਦ ਦੇ ਵਿੱਚ ਅੱਤਵਾਦੀ ਤੇ ਵੱਖਵਾਦੀ ਤੁਰੇ ਫਿਰਦੇ ਆ ਤੇ ਫਿਰ ਤੇ ਮੁਲਕ ਵਾਸਤੇ ਬਹੁਤ ਖਤਰੇ ਦੀ ਘੰਟੀ ਦੀ ਗੱਲ ਆ। ਇਹ ਕੋਈ ਅੱਤਵਾਦੀ ਨਹੀਂ, ਕੋਈ ਵੱਖਵਾਦੀ ਨਹੀਂ, ਇਹ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਔਰ ਉਹਨਾਂ ਹੱਕਾਂ ਦੀ ਲੜਾਈ ਲੜ ਰਹੇ ਆ ਜਿਹੜਾ ਸੰਵਿਧਾਨ ਸਾਨੂੰ ਦਿੰਦਾ ਵਾ। ਤੇ ਜੋ ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ, ਕੀ ਲੱਗਦਾ ਕਿ ਡਿਸੀਜਨ ਮੇਕਰ ਨੇ ਮੇਨ ਜਿਹੜੇ ਉਹ ਕੌਣ ਨੇ? ਕਿਉਂ ਨਹੀਂ ਮੀਟਿੰਗਾਂ ਦਾ ਹੱਲ ਕੱਢ ਰਹੇ? ਮੇਨ ਡਿਸੀਜਨ ਮੇਕਰ ਕਿਹਨੂੰ ਮੰਨਦੇ? ਡਿਸੀਜਨ ਮੇਕਰ ਜਿਹੜੇ ਆ, ਜਿਹੜੀ ਸਰਕਾਰ ਆ, ਉਹ ਹਕੀਕਤ ਤੋਂ ਕੋਹਾਂ ਦੂਰ ਆ, ਬਹੁਤ ਦੂਰ ਆ ਔਰ ਉਹ ਜਿਹੜੀ ਅਸਲੀਅਤ ਆ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਸੇ ਕਰਕੇ ਹੀ ਤੁਸੀਂ ਵੇਖ ਰਹੇ ਜੇ ਕਿਸਾਨਾਂ ਦੇ ਨਾਲ ਅੱਜ ਨੌਜਵਾਨ ਵੀ ਖੜੇ ਆ, ਬਜ਼ੁਰਗ ਵੀ ਖੜੇ ਆ। ਸਿਰਫ ਪੰਜਾਬ ਦੇ ਕਿਸਾਨਾਂ ਦੀ ਲੜਾਈ ਨਹੀਂ, ਦੂਜੇ ਰਾਜਾਂ ਦੇ ਲੋਕ ਵੀ ਨਾਲ ਖੜੇ ਆ, ਹਰਿਆਣਾ ਦੇ ਲੋਕ ਵੀ ਨਾਲ ਆ ਗਏ ਆ। ਔਰ ਜਦੋਂ ਕੋਈ ਵੱਖਵਾਦੀ ਇਹਨਾਂ ਨੂੰ ਕਹਿੰਦਾ ਵਾ, ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ, ਦੂਜੇ ਰਾਜਾਂ ਪ੍ਰਾਂਤਾਂ ਦੇ ਲੋਕ ਆ ਕੇ ਉਹਨਾਂ ਦੇ ਵਾਸਤੇ ਖੜੇ ਹੁੰਦੇ ਆ ਔਰ ਉਹ ਕਹਿੰਦੇ ਆ ਜੀ ਇਹ ਵੱਖਵਾਦੀ ਨਹੀਂ, ਇਹ ਤੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ। ਧੰਨਵਾਦ। ਲਗਾਤਾਰ ਜਿਹੜਾ ਸੰਘਰਸ਼ ਆ ਵੱਧਦਾ ਦਿਖਾਈ ਦੇ ਰਿਹਾ। ਕੱਲ ਨੂੰ ਪੂਰੇ ਭਾਰਤ ਦੇ ਵਿੱਚ ਜਿਹੜੇ ਨੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕੀਤੀ ਗਈ ਹੈ। 12 ਦਸੰਬਰ ਯਾਰ ਆਗਰਾ ਹਾਈਵੇ ਹੈ, ਜੈਪੁਰ ਹਾਈਵੇ, ਸਾਰੇ ਘੇਰੇ ਜਾ ਰਹੇ ਨੇ। ਕਿਸਾਨੀ ਆਗੂ ਵੀ ਕਹਿ ਰਹੇ ਨੇ, ਕਿਸਾਨ ਵੀ ਕਹਿ ਰਹੇ ਨੇ ਕਿ ਦੋ ਸਿਚੁਏਸ਼ਨਾਂ ਨੇ ਸਾਡੇ ਸਾਹਮਣੇ, ਡੂ ਔਰ ਡਾਈ, ਜਾਂ ਕਰ ਜਾਾਂਗੇ ਜਾਂ ਬਿੱਲ ਵਾਪਿਸ ਕਰਾ ਕੇ ਜਾਵਾਂਗੇ ਜਾਂ ਮਰ ਜਾਾਂਗੇ, ਸਾਫ਼ ਤੌਰ ਤੇ ਕਹਿ ਰਹੇ ਨੇ। ਪਰ ਕਿਸਾਨੀ ਆਗੂ ਵੀ ਸਾਫ਼ ਤੌਰ ਤੇ ਮੀਟਿੰਗਾਂ ਦੇ ਵਿੱਚ ਕਹਿੰਦੇ ਨੇ ਗੱਲਾਂ ਦੋ ਯੈਸ ਜਾਂ ਨੋ। ਤੇ ਹੁਣ ਜਿਹੜਾ
ਕੇਂਦਰ ਦੇ ਨਾਲ ਤਾਲਮੇਲ ਸੀਗਾ ਉਹ ਵੀ ਟੁੱਟਦਾ ਦਿਖਾਈ ਦੇ ਰਿਹਾ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਦੇ ਅਗਲੀ ਮੀਟਿੰਗ ਕਦੋਂ ਕੀਤੀ ਜਾਂਦੀ ਹੈ ਜਾਂ ਲਗਾਤਾਰ ਸੰਘਰਸ਼ ਤਿੱਖਾ ਹੁੰਦਾ ਦਿਖਾਈ ਦੇ ਰਿਹਾ। ਲਗਾਤਾਰ ਜਿਹੜੇ ਲਾਡਲੇ ਸਿੰਘਾਂ ਦੀ ਫੌਜ ਹੈ ਉਹ ਵੀ ਲਗਾਤਾਰ ਇੱਥੇ ਪਹੁੰਚ ਰਹੀ ਹੈ। ਕਾਫਲਾ ਵੱਡਾ ਹੋ ਰਿਹਾ ਤੇਲੰਗਾਨਾ, ਤਮਿਲਨਾਡੂ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਤੋਂ, ਹਰਿਆਣਾ ਤੋਂ, ਪੰਜਾਬ ਤੋਂ ਲਗਾਤਾਰ ਕਿਸਾਨ ਇੱਥੇ ਪਹੁੰਚ ਰਹੇ ਨੇ। ਸਭ ਦੀ ਅੱਖਾਂ ਇਹ ਤੇ ਟਿੱਕੀਆਂ ਹੋਈਆਂ ਨੇ ਕਿ ਕਦੋਂ ਇਹ ਬਿੱਲ ਰੱਦ ਹੁੰਦੇ ਨੇ ਤੇ ਕਿਸਾਨ ਕਦੋਂ ਵਾਪਸ ਜਾਣਗੇ। ਲਗਾਤਾਰ ਕੀਰਤਨ ਸਤਸੰਗ ਵੀ ਇੱਥੇ ਲਗਾਤਾਰ ਕੀਤੇ ਜਾ ਰਹੇ ਨੇ ਤੇ ਇੱਕ ਹੀ ਸਿਰਫ ਅੱਖਾਂ ਇੱਕ ਚੀਜ਼ ਤੇ ਟਿੱਕੀਆਂ ਕਿ ਕਦੋਂ ਨਰਿੰਦਰ ਮੋਦੀ ਮੰਨਦਾ ਹੈ ਤੇ ਬਿੱਲ ਜਿਹੜੇ ਨੇ ਰੱਦ ਹੁੰਦੇ ਨੇ। ਲਗਾਤਾਰ ਸੰਗਤਾਂ ਇੱਥੇ ਪਹੁੰਚ ਰਹੇ ਨੇ, ਬੀਬੀਆਂ ਇੱਥੇ ਪਹੁੰਚ ਰਹੇ ਨੇ, ਬੱਚੇ ਇੱਥੇ ਪਹੁੰਚ ਰਹੇ ਨੇ, ਬਜ਼ੁਰਗ ਇੱਥੇ ਪਹੁੰਚ ਰਹੇ ਨੇ। 5 ਸਾਲ ਤੋਂ ਲੈ ਕੇ 100 ਸਾਲ ਤੱਕ ਬੰਦਾ ਇੱਥੇ ਪਹੁੰਚਿਆ ਹੋਇਆ ਹੈ। ਅੱਖਾਂ ਬਸ ਉਹ ਤੇ ਟਿੱਕੀਆਂ ਅਗਲੀ ਮੀਟਿੰਗ ਕਦੋਂ ਹੁੰਦੀ ਹੈ, ਕਦੋਂ ਨਰਿੰਦਰ ਮੋਦੀ ਇਹ ਬਿੱਲ ਨੂੰ ਰੱਦ ਕਰਦੇ ਨੇ।